ਸਰਾਏ ਨਾਗਾ ਐਨਕਾਊਂਟਰ ਦੀ ਸਿਆਸੀ ਪਾਰਟੀਆਂ ਨੇ ਜਾਂਚ ਦੀ ਮੰਗ ਕੀਤੀ ਹੈ। ਨਿਊਜ਼ 18 ਦੀ ਰਿਪੋਰਟ ਤੋਂ ਬਾਅਦ ਇਹ ਮੰਗ ਉੱਠੀ ਹੈ। ਬੀਜੇਪੀ, ਕਾਂਗਰਸ ਤੇ ਸੁਖਦੇਵ ਢੀਂਡਸਾ ਵੱਲੋਂ ਇਹ ਮੰਗ ਕੀਤੀ ਗਈ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਕਿਹਾ ਹੈ ਜਾਂਚ ਹੋਣੀ ਚਾਹੀਦੀ ਹੈ। ਕੁਲਦੀਪ ਸਿੰਘ ਧਾਲੀਵਾਲ ਦਾ ਇਹ ਕਹਿਣਾ ਹੈ ਸਰਾਏ ਨਾਗਾ ਐਨਕਾਊਂਟਰ ਦਾ ਸੱਚ ਕੀ ਹੈਗਾ। ਇਸ ਨੂੰ ਲੈ ਕੇ ਅਸੀਂ ਇੱਕ ਰਿਪੋਰਟ ਜਿਹੜਾ ਹੈ ਦਿਖਾਈ ਸੀ ਮੇਰੇ ਸਹਿਯੋਗੀ ਨਪਿੰਦਰ ਬਰਾੜ ਦੀ ਐਕਸਕਲੂਸਿਵ ਰਿਪੋਰਟ, ਜਿਸ ਦੇ ਵਿੱਚ ਉਹਨਾਂ ਨੇ ਇਸ ਕਥਿਤ ਐਨਕਾਊਂਟਰ ਦੇ ਪੀੜਤਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ। ਜਿਹੜੇ ਦਾਅਵੇ ਪੀੜਤਾਂ ਦੇ ਨੇ ਉਸ ਤੋਂ ਬਾਅਦ ਹੁਣ ਵੱਖੋ ਸਿਆਸੀ ਤਰ੍ਹਾਂ ਇਹ ਸਵਾਲ ਚੁੱਕ ਰਹੀਆਂ ਨੇ ਕਿ ਇਸ ਐਨਕਾਊਂਟਰ ਦਾ ਸੱਚ ਕੀ ਹੈ, ਉਹ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਇਸ ਐਨਕਾਊਂਟਰ ਦੇ ਵੇਲੇ ਪੁਲਿਸ ਅਧਿਕਾਰੀ ਸੀਗੇ ਸਿਮਰਨਜੀਤ ਸਿੰਘ ਮਾਨ, ਜਿਹੜੇ ਇਸ ਵੇਲੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਸੰਗਰੂਰ ਸੀਟ ਤੋਂ। ਤੇ ਸਿਮਰਨਜੀਤ ਸਿੰਘ ਮਾਨ ਦੀ ਭੂਮਿਕਾ ਕੀ ਸੀਗੀ? ਸਿਮਰਨਜੀਤ ਸਿੰਘ ਮਾਨ ਇਸ ਐਨਕਾਊਂਟਰ ਨੂੰ ਜਿਸ ਤਰੀਕੇ ਬਿਆਨ ਕਰਦੇ ਰਹੇ ਨੇ ਕਿ ਉਹ ਤੱਥ ਤੇ ਆਧਾਰਿਤ ਹੈਗਾ ਜਾਂ ਨਹੀਂ ਹੈਗਾ, ਇਸ ਨੂੰ ਲੈ ਕੇ ਹੁਣ ਸਵਾਲ ਉੱਠ ਰਹੇ ਨੇ ਔਰ ਵਿਰੋਧੀ ਧਿਰਾਂ ਜਿਹੜੀਆਂ ਨੇ ਇੱਕ ਸੁਰ ਦੇ ਵਿੱਚ ਮੰਗ ਕਰ ਰਹੀਆਂ ਨੇ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਜਦੋਂ ਪੰਜਾਬ 'ਚ ਨੈਕਸਲੀ ਮੂਵਮੈਂਟ ਸੀ, ਚੀਫ ਮਿਨਿਸਟਰ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਜਿਹੜਾ ਸਭ ਤੋਂ ਪਹਿਲਾ ਪੁਲਿਸ ਮੁਕਾਬਲਾ ਹੋਇਆ ਪੰਜਾਬ 'ਚ ਬਾਬੇ ਬੂਝਾ ਸਿੰਘ ਜੀ ਦਾ ਨਵਾਂ ਸ਼ਹਿਰ ਏਰੀਏ ਦੇ ਵਿੱਚ। ਉਸ ਐਨਕਾਊਂਟਰ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਫੇਕ ਐਨਕਾਊਂਟਰ ਹੋਏ, ਮੈਂ ਸਭ ਦੇ ਖਿਲਾਫ। ਤੁਹਾਨੂੰ ਲੱਗਦਾ ਕਿ ਜਾਂਚ ਹੋਣੀ ਚਾਹੀਦੀ ਹੈ? ਨਹੀਂ, ਹੋਣੀ ਤਾਂ ਕਿਉਂ ਨਹੀਂ ਹੋਣਾ ਚਾਹੀਦਾ ਜੀ, ਸਭ ਕੁਝ ਹੋਣਾ ਚਾਹੀਦਾ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੈਂ ਇਕੱਲੀ ਇਸ ਐਨਕਾਊਂਟਰ ਦੀ ਗੱਲ ਨਹੀਂ ਕਰਦਾ। ਮੈਂ ਕਹਿੰਦਾ ਕਿ ਹੁਣ ਤੱਕ ਜਿੰਨੇ ਫੇਕ ਐਨਕਾਊਂਟਰ ਹੋਏ ਆ ਸਭ ਉਹਨਾਂ ਦੀ ਜਾਂਚ ਹੋਣੀ ਚਾਹੀਦੀ। ਤੁਹਾਡੀ ਸਰਕਾਰ ਕਰਵਾਏਗੀ ਜਾਂਚ? ਸਰ ਬਿਲਕੁਲ। ਅਸੀਂ ਤਾਂ ਬੋਲਦੇ ਹਾਂ ਰੋਜ਼, ਅਸੀਂ ਤਾਂ ਗਲਤ ਕੰਮ ਹੀ ਨਹੀਂ ਕਰਦੇ। ਅਸੀਂ ਤਾਂ ਕਹਿੰਦੇ ਆ ਕਿ ਜੇ ਇਦਾਂ ਦਾ ਕੰਮ ਹੋਇਆ, ਕਿਸੇ ਵੀ ਕੀਤਾ, ਬਾਈ ਨੇਮ ਤੋਂ ਮੈਂ ਕੀ ਕਹਿਣਾ, ਕਿਸੇ ਨੂੰ ਮੈਂ ਇਦਾਂ ਬਾਈ ਨੇਮ ਨਹੀਂ ਮੈਂ ਕਹਿੰਦਾ, ਬਟ ਜੇ ਇਦਾਂ ਹੋਇਆ ਤੇ ਸਰ ਪਹਿਲਾਂ ਤੇ ਮੈਂ ਨਿਊਜ਼ 18 ਨੂੰ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ 43 ਸਾਲ ਪੁਰਾਣਾ ਜਿਹੜਾ ਕੇਸ ਹੈ ਉਹਦੇ ਜਿਹੜੇ ਮੌਕੇ ਦੇ ਉੱਤੇ ਲੋਕੀ ਪ੍ਰਭਾਵਿਤ ਸੀਗੇ ਉਹਨਾਂ ਪਰਿਵਾਰਾਂ ਨੂੰ ਲੱਭ ਕੇ ਤੇ ਇਹ ਚੀਜ਼ ਜਿਹੜੀ ਹੈ ਸਾਰੇ ਦੁਨੀਆ ਦੇ ਸਾਹਮਣੇ ਰੱਖੀ ਹੈ ਕਿ ਇੱਥੇ ਐਨਕਾਊਂਟਰ ਹੋਈ ਸੀ, 4 ਨਿਹੰਗ ਸਿੰਘ ਉਹਦੇ 'ਚ ਮਾਰੇ ਗਏ ਸੀ ਔਰ ਉਸ ਵੇਲੇ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਫਰੀਦਕੋਟ ਦੇ SSP ਸੀ, ਉਹਨਾਂ ਦੇ ਜਿਹੜੀ ਹੈ ਅਗਵਾਈ ਦੇ ਵਿੱਚ ਇਹ ਐਨਕਾਊਂਟਰ ਹੋਈ। ਜੋ ਤੁਸੀਂ ਤੱਥ ਦਿਖਾਏ, ਪਹਿਲਾਂ ਤਾਂ ਮਾਨ ਸਾਹਿਬ ਨੂੰ ਚਾਹੀਦਾ ਕਿ ਆਪਣੀ ਸਥਿਤੀ ਉੱਤੇ ਸਪਸ਼ਟ ਕਰ, ਕਿਉਂਕਿ ਉਹ ਅਗਰ ਸਿੱਖੀ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਅੰਦਰੋਂ ਆਵਾਜ਼ ਉੱਠਣੀ ਚਾਹੀਦੀ ਹੈ ਕਿ ਜੇ ਨਿਹੰਗ ਸਿੰਘ ਵਾਕਈ ਇਸ ਤਰੀਕੇ ਜਿਹੜੇ ਆ ਮੁਕਾਬਲੇ 'ਚ ਉਹਨਾਂ ਨੇ ਮਾਰੇ ਸੀ ਤੇ ਘੱਟੋ ਘੱਟ ਉਹਨਾਂ ਨੂੰ ਹੁਣ ਆਪ ਵੀ ਆਪਣੀ ਸੱਚਾਈ ਜਿਹੜੀ ਹੈ ਉਹ ਬਿਆਨ ਕਰਨੀ ਚਾਹੀਦੀ ਹੈ। ਭਾਵੇਂ 43 ਸਾਲ ਬਾਅਦ ਅਗਰ ਮਾਨ ਸਾਹਿਬ 1919 ਦੀਆਂ ਗੱਲਾਂ ਹੁਣ ਕਰਦੇ ਆ ਤੇ ਉਹਦੇ ਤੇ ਆਪਣੇ ਨਵੇਂ ਫੈਸਲੇ ਸੁਣਾਉਂਦੇ ਆ ਤੇ ਫਿਰ ਹਾਲੇ 43 ਸਾਲ ਤੋਂ ਉਸ ਤੋਂ ਘੱਟ ਸਮਾਂ, ਇਸ ਕਰਕੇ ਇੱਥੇ ਜੇ ਕੋਈ ਇਹਨਾਂ ਨੇ ਉਸ ਸਮੇਂ ਤੇ ਇਹੋ ਜਿਹਾ ਐਨਕਾਊਂਟਰ ਕੀਤਾ ਹੈਗਾ ਜਿਹੋ ਜਿਹਾ ਤੁਸੀਂ ਦੱਸ ਰਹੇ ਹੋ, ਤਾਂ ਮੈਨੂੰ ਲੱਗਦਾ ਉਹਦੀ ਵੀ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਆ। ਕਿਉਂਕਿ ਪੈਰਾਮੀਟਰਸ ਤਾਂ ਫਿਰ ਦੇਖੋ, ਭਗਤ ਸਿੰਘ ਨੂੰ ਮੈਂ ਨਹੀਂ ਸਮਝਦਾ ਵੀ ਸਾਨੂੰ ਇਸ ਲੈਵਲ ਤੇ ਲਿਆ ਕੇ ਕਿਤੇ ਡਿਬੇਟ 'ਚ ਵੀ ਖੜਾ ਕਰਨਾ ਚਾਹੀਦਾ। ਉਹ ਸਾਡੇ ਸਾਰਿਆਂ ਦੀ ਕਿਤੇ ਨਾ ਕਿਤੇ ਤੋਹੀਨ ਹੈ, ਉਹ ਹਰ ਪੰਜਾਬੀ ਦੀ, ਹਰ ਹਿੰਦੁਸਤਾਨੀ ਦੀ। ਮੈਨੂੰ ਲੱਗਦਾ ਉਹ ਥਾਟ ਪ੍ਰੋਸੈਸ ਇੱਕ ਇਹੋ ਜਿਹਾ ਥਾਟ ਪ੍ਰੋਸੈਸ ਸੀਗਾ ਜਿਹੜਾ ਕਿ ਉਸ ਏਜ ਗਰੁੱਪ ਦੇ ਵਿੱਚ ਕਿਤੇ ਸਰਾਏ ਨਾਗਾ ਜਿਹੜਾ ਇੱਕ ਤਰ੍ਹਾਂ ਨਾਲ ਹੱਤਿਆਵਾਂ ਕੀਤੀਆਂ ਗਈਆਂ ਸੀ, ਉਹਨਾਂ ਦੇ ਬਾਰੇ ਨਿਊਜ਼ 18 ਨੇ ਜਿਹੜਾ ਖੁਲਾਸਾ ਕੀਤਾ ਔਰ ਹੁਣ ਇਸ ਦੀ ਸਰਕਾਰ ਨੂੰ ਚਾਹੀਦੀ ਹੈ ਕਿ ਨਿਰਪੱਖ ਜਾਂਚ ਕਰਾਵੇ, ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦੇਵੇ ਔਰ ਜਿਹੜੇ ਲੋਕ ਪਾਰਲੀਮੈਂਟ ਤੱਕ ਵੀ ਪਹੁੰਚ ਗਏ ਇਸ ਤਰ੍ਹਾਂ ਦੇ ਅਪਰਾਧ ਕਰਕੇ ਔਰ ਅੱਜ ਵੀ ਦੇਸ਼ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੇ ਆ, ਉਹਨਾਂ ਨੂੰ ਮੈਂ ਸਮਝਦਾ ਕਿ ਉਹਨਾਂ ਦੀਆਂ ਸਾਜ਼ਿਸ਼ਾਂ ਵੀ ਨਾਕਾਮ ਹੋਣਗੀਆਂ ਔਰ ਲੋਕਾਂ ਦੇ ਸਾਹਮਣੇ ਸੱਚਾਈ ਵੀ ਆਏਗੀ। ਤੇ ਇਹ ਜ਼ਰੂਰੀ ਹੈ ਕਿ ਇਸ ਦਾ ਖੁਲਾਸਾ ਕੀਤਾ ਜਾਵੇ ਔਰ ਸਰਕਾਰ ਇਸ ਤੇ ਗੰਭੀਰ ਹੋਵੇ। ਔਰ ਜਦੋਂ ਕਿ ਇਹ ਨਿਊਜ਼ 18 ਨੇ ਮੈਂ ਸਮਝਦਾ ਕਿ ਬਹੁਤ ਮਿਹਨਤ ਨਾਲ ਔਰ ਆਪਣੀ ਪੱਤਰਕਾਰਤਾ ਔਰ ਜਿਹੜੀ ਇੱਕ ਲੋਕਤੰਤਰ ਦਾ ਪਿਲਰ ਹੈਗਾ ਉਸ ਦਾ ਸਬੂਤ ਦਿੱਤਾ, ਇਹਦੇ ਲਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ। ਸੋ ਸਾਰੀ ਸਿਆਸੀ ਧਿਰਾਂ ਜਿਹੜੀਆਂ ਨੇ ਇੱਕੋ ਮੰਗ ਕਰ ਰਹੀਆਂ ਨੇ ਕਿ ਜਾਂਚ ਜਿਹੜੀ ਹੈਗੀ ਉਹ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਸਰਾਏ ਨਾਗਾ ਇਕੱਲਾ ਅਜਿਹਾ ਐਨਕਾਊਂਟਰ ਨਹੀਂ ਹੈਗਾ, ਹੋਰ ਵੀ
ਫੇਕ ਐਨਕਾਊਂਟਰ ਦੇ ਇਲਜ਼ਾਮ ਜਿਹੜੇ ਹੈਗੇ ਉਹ ਲੱਗਦੇ ਰਹੇ ਨੇ ਔਰ ਇਸ ਤਰੀਕੇ ਦੇ ਮਾਮਲੇ ਜਿਹੜੇ ਹੈਗੇ ਉਹ ਭਾਵੇਂ ਸਰਾਏ ਨਾਗਾ ਹੋਵੇ ਜਾਂ ਨਕੋਦਰ ਹੋਵੇ, ਇਸ ਤਰ੍ਹਾਂ ਦੇ ਕਈ ਸਾਰੇ ਮਾਮਲੇ ਨੇ ਜਿਹੜੇ ਹਜੇ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਖੜੇ ਨੇ। ਉਧਰ ਸਰਾਏ ਨਾਗਾ ਐਨਕਾਊਂਟਰ ਮਾਮਲੇ ਤੇ ਸਾਬਕਾ IPS ਤੇ ਮੌਜੂਦਾ ਸਾਂਸਦ ਸਿਮਰਨਜੀਤ ਸਿੰਘ ਮਾਨ ਕੀ ਤਰਕ ਦਿੰਦੇ ਨੇ, ਇਹ ਵੀ ਤੁਹਾਨੂੰ ਸੁਣਾਉਂਦੇ ਹਾਂ। ਮੈਂ ਉਹ ਸਮਝਣੀ ਚਾਹੂੰਗਾ ਸਿੰਘ ਸਾਹਿਬ, ਅੰਦਰ ਗੁਰਦੁਆਰੇ ਦੇ ਤੁਸੀਂ 8 ਸਿੰਘ ਸੀਗੇ। 8 ਸਿੰਘ 8 ਸਿੰਘ ਅੰਦਰ ਸੀ। ਜਦੋਂ ਬਾਹਰੋਂ ਤੁਹਾਨੂੰ ਕਿਹਾ ਗਿਆ ਵੀ ਆਪਦੀਆਂ ਗ੍ਰਿਫਤਾਰੀਆਂ ਦੇ ਦਿਓ, ਫਿਰ ਤੁਹਾਡਾ ਕੀ ਫੈਸਲਾ ਆਇਆ? ਤੁਸੀਂ ਪਹਿਲਾਂ ਦੱਸਿਆ ਜਾ ਰਿਹਾ ਕਿ ਤੁਹਾਡੇ ਪਰਿਵਾਰ ਵੀ ਉੱਥੇ ਬੁਲਾਏ ਗਏ, ਜਿਹੜੇ ਖਾਰੇ ਵਾਲੇ ਸਿੰਘ ਸੀ ਉਹਨਾਂ ਦੇ ਪਰਿਵਾਰ। ਉਹਨਾਂ ਦੇ ਵਿੱਚ ਜਿਹੜਾ ਮੇਹਰ ਸਿੰਘ ਸੀ ਨਾ, ਉਹਨੇ ਆਵਾਜ਼ ਦਿੱਤੀ ਸੀ ਵੀ ਕੁਛ ਨਹੀਂ ਆਦੇ ਤੁਹਾਨੂੰ ਤੇ ਵੀ ਤੁਸੀਂ ਬਾਹਰ ਆ ਜਾਓ। ਉਹਨਾਂ ਦੇ ਰਾਹੀਂ ਉਹਨੇ ਆਵਾਜ਼ ਦਿੱਤੀ ਸੀ ਕਿ ਵੀ ਮੇਹਰ ਸਿੰਘ ਨਾ ਉਹ ਪਾਠੀ ਸੀਗਾ ਉੱਥੇ, ਪਾਠ ਵੀ ਕਰਦੇ ਨੇ ਰਾਤ ਨੂੰ, ਭੰਗ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਫਿਰ ਸਾਨੂੰ 8 ਨੂੰ ਗ੍ਰਿਫਤਾਰ ਕਰਾ ਲਿਆ ਉਹਨਾਂ ਨੇ, ਹੱਥ ਖੜੇ ਕਰਾ ਕੇ ਵੀ ਤੁਹਾਨੂੰ ਕੁਛ ਨਹੀਂ ਆਦੇ, ਤੁਹਾਡਾ ਪਰਿਵਾਰ ਵੀ ਲਿਆਂਦਾ, ਤੁਹਾਨੂੰ ਕੁਛ ਨਹੀਂ ਆਦੇ। ਉਹ ਇਸੇ ਪਲੀਚੀ ਦੇ ਵਿੱਚ ਉਹਨਾਂ ਨੇ ਸਾਨੂੰ ਬਾਹਰ ਕੱਢ ਲਿਆ। ਅਸੀਂ ਹੱਥ ਖੜੇ ਕਰਕੇ ਬਾਹਰ ਆ ਗਏ ਆ। ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਜਿਵੇਂ ਦੱਸਦੇ ਗਏ ਆ ਵੀ ਆਹ ਉਦੋਂ ਵੱਡਾ ਉਦੋਂ ਛੋਟਾ, ਤੇ ਅੱਖਾਂ ਬੰਦ ਕਰਕੇ ਸਾਨੂੰ ਗੱਡੀਆਂ ਦੇ ਵਿੱਚ ਬੰਦ ਕਰ ਲਿਆ। ਸਾਨੂੰ ਨਹੀਂ ਪਤਾ ਵੀ ਪੁਲਿਸ ਕਿੱਧਰ ਮਰੀ ਹੈ, ਸਾਡੇ ਕਿੱਧਰ ਮਰੇ। ਗੋਲੀ ਚੱਲੀ ਗਈ। ਹਾਂ, ਗੋਲੀ ਚੱਲੀ ਗਈ ਆ। ਸਾਨੂੰ ਬੰਦ ਕਰ ਲਿਆ ਅੱਖਾਂ ਦੇ ਵਿੱਚ 4-5 ਨੂੰ। ਉਹ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇੱਕ ਤਾਂ ਮੇਰੇ ਨਾਲ ਸੀਗਾ ਦੂਜਾ ਦੋਵੇਂ ਚੰਦ ਤੇ ਇੱਕ ਮੇਹਰ ਸਿੰਘ, ਇਹੀ ਸੀ ਬੰਦੇ ਨਾਲ। ਗ੍ਰਿਫਤਾਰੀ ਤੋਂ ਬਾਅਦ ਵੀ ਪਤਾ ਨਹੀਂ ਉਹ ਕਿੱਧਰ ਲੈ ਗਏ, ਉਹ ਸਾਨੂੰ ਨਹੀਂ ਵਿਖਾਏ। ਉਹ ਬੰਦ ਸਾਰਿਆਂ ਨੂੰ ਕਰ ਲਿਆ ਸੀ। ਜਦੋਂ ਤੁਸੀਂ ਗ੍ਰਿਫਤਾਰੀ ਦਿੱਤੀ ਉਦੋਂ ਅੱਖਾਂ ਦੀ ਪੱਟੀ ਨਹੀਂ ਬੰਨੀ ਸੀ? ਨਹੀਂ, ਉਹ ਜਦੋਂ ਅਸੀਂ ਗ੍ਰਿਫਤਾਰੀਆਂ ਹੋ ਗਈਆਂ ਨਾ, ਉਦੋਂ ਗ੍ਰਿਫਤਾਰੀ ਕਿੰਨਾ ਨੇ ਦਿੱਤੀ? 4 ਨੇ ਕਿ 8 ਨੇ? ਹਾਂ, 8 ਨੇ। 8 ਨੇ ਗ੍ਰਿਫਤਾਰੀ ਦਿੱਤੀ। ਉਦੋਂ ਹੀ ਉਹਨਾਂ ਨੇ ਬੰਨ ਕੇ ਤੇ ਸਾਨੂੰ ਸੱਟ ਲਿਆ ਗੱਡੀਆਂ ਦੇ ਵਿੱਚ, ਮਾਰ ਕੇ ਕੁਸੋਨ ਲੱਤਾਂ ਬਾਹਾਂ। 4 ਨੂੰ ਕਿ 8 ਨੂੰ? ਫਿਰ ਪੁੱਛਦਾ ਮੈਂ, ਹੈਂ? 4 ਨੂੰ ਕਿ 8 ਨੂੰ? 8 ਨੂੰ। ਯਾਨੀ 8 ਜਿਉਂਦੇ ਸੀ? ਹਾਂ, 8 ਜਿਉਂਦੇ ਜਾਗਦੇ ਗ੍ਰਿਫਤਾਰ ਹੋ ਗਏ ਸੀ। ਹਾਂ। ਜਿਹੜਾ ਉਸ ਵੇਲੇ ਪੁਲਿਸ ਨੇ ਕਿਹਾ ਕਿ ਕਹਿੰਦੇ ਜੀ ਅੰਦਰੋਂ ਗੋਲੀ ਚੱਲ ਰਹੀ ਸੀ, ਅਸੀਂ ਆਪਦੇ ਬਚਾਅ 'ਚ ਗੋਲੀ ਚਲਾ ਰਹੇ ਸੀ, ਕਹਿੰਦੇ ਵੀ ਅੰਦਰ ਹੀ ਗੋਲੀਬਾਰੀ ਦੇ ਦੌਰਾਨ ਉਹ ਜਿਹੜੇ ਆ ਨਿਹੰਗ ਮਾਰੇ ਗਏ ਸੀ। ਕੀ ਉਹ ਗੋਲੀਬਾਰੀ 'ਚ ਮਾਰੇ ਗਏ ਸੀ ਜਾਂ ਤੁਸੀਂ ਗ੍ਰਿਫਤਾਰੀ ਦਿੱਤੀ ਸੀ? ਉੱਥੇ ਤਾਂ ਗੋਲੀ ਦਾ ਚੱਕਰ ਹੀ ਕੋਈ ਨਹੀਂ ਸੀ। ਉੱਥੇ ਗੋਲੀ 'ਚ ਕਿਵੇਂ ਮਾਰੇ ਗਏ ਅੰਦਰ? ਉਹ ਅੰਦਰੋਂ ਵੀ ਫਾਇਰ ਤੁਸੀਂ ਵੀ ਕਰ ਰਹੇ ਸੀ, ਫਾਇਰ ਪੁਲਿਸ ਵੱਲ? ਨਹੀਂ, ਸਾਡਾ ਤਾਂ ਫਾਇਰ ਕਰਨ ਨੂੰ ਕੋਈ ਟਾਈਮ ਹੀ ਨਹੀਂ ਸੀਗਾ, ਅਸੀਂ ਕਦੋਂ ਕਰ ਦਿੰਦੇ। ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਬਾਹਰ ਆਏ? ਤੁਸੀਂ ਹੱਥ ਖੜੇ ਕਰਕੇ ਹਥਿਆਰ ਆਪਦੇ ਨੂੰ ਦੇਤੇ? ਹਾਂ, ਉਹ ਐਵੇਂ ਉਹ ਕਰਦੇ ਹੀ ਨਹੀਂ ਜਿੰਨਾ ਚਿਰ। नागे में 1979 में इनकाउंटर हुआ था, उसमें हमारे 2 पुलिस अफसर मारे गए थे। तो निहंगों ने गुरुद्वारा साहब के ऊपर सराय नागे कब्जा कर लिया था। उन्होंने एक बकरा चटका के मांस बना रहे थे और नशे में थे। तो जब पुलिस को रिपोर्ट पहुंची कि पुलिस को निहंगों ने मार दिया है, तो हमारी ड्यूटी थी कि गुरुद्वारे में जो ये जबरन घुसपैठ कर दी है और 2 पुलिस वाले मार दी हैं, इसको ख़त्म किए। तो उस समय हमारे डिस्ट्रिक्ट मजिस्ट्रेट गुरबख्श सिंह गोसल थे। डिस्ट्रिक्ट मजिस्ट्रेट ने ऑर्डर किया था कि अगर निहंग फायर कर रहे हैं तो पुलिस को भी इजाज़त है कि जवाबी फायर करे। उसमें निहंग मारे गए थे, पुलिस वाले भी मारे गए थे। ਸੋ ਸਿਮਰਨਜੀਤ ਸਿੰਘ ਮਾਨ ਨੂੰ ਵੀ ਤੁਸੀਂ ਸੁਣਿਆ ਜਿਹੜੇ ਡਿਫੈਂਡ ਕਰਦੇ ਹੋਏ ਨਜ਼ਰ ਆ ਰਹੇ ਨੇ। ਨਪਿੰਦਰ ਬਰਾੜ ਮੇਰੇ ਸਹਿਯੋਗੀ ਮੇਰੇ ਨਾਲ ਜੁੜ ਰਹੇ ਨੇ। ਨਪਿੰਦਰ, ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹ ਉਸ ਵੇਲੇ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਆਰਡਰ ਦਾ ਹਵਾਲਾ ਦਿੰਦੇ ਨਜ਼ਰ ਆਏ। ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਨਿਹੰਗ ਸਿੰਘ ਜੇਕਰ ਫਾਇਰ ਕਰਨ ਤਾਂ ਫਿਰ ਪੁਲਿਸ ਵੀ ਕਾਰਵਾਈ ਕਰੇ। ਇਹ ਸਾਨੂੰ ਆਰਡਰ ਜਿਹੜਾ ਹੈਗਾ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਜਿਹੜਾ ਹੈਗਾ ਉਹ ਦਿੱਤਾ ਸੀ। ਯਾਨੀ ਕਿਤੇ ਨਾ ਕਿਤੇ ਡਿਫੈਂਡ ਕਰਦੇ ਨਜ਼ਰ ਆ ਰਹੇ ਨੇ। ਹੁਣ ਕਿਵੇਂ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਸਾਡੇ ਦਰਸ਼ਕਾਂ ਨੂੰ ਵੀ ਸਮਝਾ ਦਈਏ। ਉਹ ਕਹਿੰਦੇ ਨੇ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਆਰਡਰ ਸੀ ਕਿ ਜੇ ਨਿਹੰਗ ਸਿੰਘ ਅੱਗੋਂ ਫਾਇਰ ਕਰਨ ਤਾਂ ਤੁਸੀਂ ਫਾਇਰ ਕਰੋ, ਪਰ ਇਹ ਕਹਾਣੀ ਪੂਰੀ ਦੀ ਪੂਰੀ ਉਲਟ ਹੈ। ਜਦ ਕਿ ਮੱਗਰ ਸਿੰਘ ਤਾਂ ਇਹ ਕਹਿ ਚੁੱਕਿਆ ਕਿ ਮੈਂ ਅਸੀਂ ਤਾਂ ਸਰੈਂਡਰ ਕਰਤਾ ਸੀ।
ਬੇਸ਼ੱਕ ਫਾਇਰਿੰਗ ਦੇ ਆਰਡਰ ਦਿੱਤੇ ਹੁਣ ਡਿਊਟੀ ਮੈਜਿਸਟਰੇਟ ਨੇ, ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਡਿਊਟੀ ਮੈਜਿਸਟਰੇਟ ਦੇ ਆਰਡਰ ਹੈ ਜਿਹੜੇ ਕਿਸੇ ਫਾਈਲ ਦੇ ਵਿੱਚ ਲੱਗੇ ਹੋਣ। ਹਮੇਸ਼ਾ ਤੋਂ ਜਦੋਂ ਕੋਈ ਐਨਕਾਊਂਟਰ ਹੁੰਦਾ ਤਾਂ ਉਹਦੇ ਵਿੱਚ ਆਰਡਰ ਜਿਹੜੇ ਹਮੇਸ਼ਾ ਤੋਂ ਤੁਹਾਨੂੰ ਹਰ ਫਾਈਲ ਦੇ ਵਿੱਚ ਆਰਡਰ ਦੀ ਕਾਪੀ ਮਿਲ ਜੇਗੀ। ਇੱਥੇ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਇਹ ਪੁੱਛਣ ਵਾਲਾ ਮਾਨ ਸਾਹਿਬ ਕਿ ਬਿਲਕੁਲ ਜੇ ਤੁਸੀਂ ਕਹਿ ਰਹੇ ਹੋ ਕਿ ਡਿਸਟ੍ਰਿਕਟ ਮੈਜਿਸਟਰੇਟ ਨੇ ਆਰਡਰ ਦਿੱਤੇ ਸੀ ਗੋਲੀ ਦੇ ਕੇ ਜੇ ਨਿਹੰਗ ਗੋਲੀ ਚਲਾਉਂਦੇ ਆ, ਡਿਊਟੀ ਮੈਜਿਸਟਰੇਟ ਨੇ ਕਿਤੇ ਆਰਡਰ ਦੇ ਵਿੱਚ ਇਹ ਤਾਂ ਨਹੀਂ ਲਿਖਿਆ ਸੀ ਕਿ ਜੇ ਨਿਹੰਗ ਸਿੰਘ ਸਰੈਂਡਰ ਕਰ ਦਿੰਦੇ ਆ, ਆਤਮ ਸਮਰਪਣ ਕਰ ਦਿੰਦੇ ਆ ਤਾਂ ਤੁਸੀਂ ਉਹਨਾਂ ਨੂੰ ਪਿੱਛੇ ਹੱਥ ਬੰਨ੍ਹ ਕੇ ਅੱਖਾਂ ਬੰਨ੍ਹ ਕੇ ਗੋਲੀ ਮਾਰ ਦਿਓ। ਆਈ ਥਿੰਕ ਐਸਾ ਆਰਡਰ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਣਾ। ਔਰ ਮੱਘਰ ਸਿੰਘ ਦਾ ਇਲਜ਼ਾਮ ਇਹ ਹੈ, ਮੱਘਰ ਸਿੰਘ ਕਹਿੰਦਾ ਹੈ ਕਿ ਅਸੀਂ 8 ਬੰਦਿਆਂ ਨੇ ਸਰੈਂਡਰ ਕਰਤਾ ਸੀ, ਆਤਮ ਸਮਰਪਣ ਕਰ ਦਿੱਤਾ ਸੀ ਔਰ ਫਿਰ ਉਸ ਤੋਂ ਬਾਅਦ ਥਾਣੇ ਅਸੀਂ 4 ਪਹੁੰਚੇ, 4 ਨੂੰ ਮਾਰ ਦਿੱਤਾ ਗਿਆ। ਤਾਂ ਕਿਹੜੇ ਡਿਊਟੀ ਮੈਜਿਸਟਰੇਟ ਦੇ ਆਰਡਰ ਦੇ ਵਿੱਚ ਮਾਨ ਸਾਹਿਬ ਇਹ ਲਾਈਨ ਲਿਖੀ ਹੋਈ ਦਿਖਾ ਦੇਣ ਜਿਹਦੇ 'ਚ ਉਹਨਾਂ ਨੇ ਲਿਖਿਆ ਹੋਵੇ ਵੀ ਜੇ ਸਰੈਂਡਰ ਵੀ ਕਰਦੇ ਆ ਤਾਂ ਗੋਲੀ ਮਾਰ ਦਿਓ। ਐਨਕਾਊਂਟਰ ਦੇ ਵਿੱਚ ਜ਼ਰੂਰ ਗੋਲੀ ਚੱਲਦੀ ਹੁੰਦੀ ਹੈ। ਔਰ ਜਿਹੜੀ ਗੱਲ ਉਹਨਾਂ ਕਿਹਾ ਕਿ ਪੁਲਿਸ ਵਾਲੇ ਮਰੇ ਗੋਲੀਬਾਰੀ ਦੇ ਵਿੱਚ ਔਰ ਉਸੇ ਗੋਲੀਬਾਰੀ ਦੇ ਵਿੱਚ ਨਿਹੰਗ ਮਰੇ, ਇੱਕ ਜੀ ਬੜੀ ਸਪਸ਼ਟ ਜੀ ਗੱਲ ਹੈ, ਇਹਨਾਂ ਨਿਹੰਗ ਸਿੰਘਾਂ ਦੀਆਂ ਡੈੱਡ ਬੋਡੀਜ਼ ਨਹੀਂ ਦਿੱਤੀਆਂ ਗਈਆਂ ਤਾਂ ਕਿ ਪੋਸਟਮਾਰਟਮ ਔਰ ਰਿਪੋਰਟ ਵਗੈਰਾ ਅਗਰ ਆਊਗੀ ਤਾਂ ਉਹਦੇ ਵਿੱਚ ਇਹ ਵੀ ਮਿਲਾਨ ਹੋਊਗਾ ਕਿ ਨਿਹੰਗ ਕਿੰਨੇ ਵਜੇ ਮਰੇ ਤੇ ਪੁਲਿਸ ਵਾਲੇ ਕਿੰਨੇ ਵਜੇ ਮਰੇ। ਪੁਲਿਸ ਵਾਲੇ ਅਸਲ ਦੇ ਵਿੱਚ ਜਿਹੜਾ ਹੁਣ ਤੱਕ ਦਾ ਰਿਕਾਰਡ ਜਾਂ ਹੁਣ ਤੱਕ ਦੀ ਸਾਡੇ ਕੋਲ ਜਾਣਕਾਰੀ ਆ ਰਹੀ ਆ, ਉਹ ਪਹਿਲੀ ਰਾਤ ਹੀ ਮਰ ਗਏ ਸੀ। ਉਹ ਰਾਤ ਦੇ ਵੇਲੇ ਇਹ ਜਿਹੜਾ ਕਲੇਸ਼ ਆ ਉਦੋਂ ਉਸ ਤੋਂ ਬਾਅਦ ਜਿਹੜਾ ਖਿਲਰਨਾ ਸ਼ੁਰੂ ਹੋਇਆ ਜਦੋਂ ਪੁਲਿਸ ਵਾਲਿਆਂ ਦੀ ਮੌਤ ਹੋਈ। ਔਰ ਉਸ ਤੋਂ ਬਾਅਦ ਇਹ ਤਾਂ ਅਗਲੇ ਦਿਨ ਤੜਕੇ 11 ਵਜੇ ਦੀ ਘਟਨਾ ਹੈ ਜਦੋਂ ਇਹਨਾਂ 8 ਨੇ ਸਰੈਂਡਰ ਕੀਤਾ ਤੇ 4 ਸਰੈਂਡਰ ਦੇ ਬਾਵਜੂਦ ਮੌਤ ਦੇ ਘਾਟ ਉਤਾਰ ਦਿੱਤੇ ਗਏ। ਮੱਘਰ ਸਿੰਘ ਦਾ ਇਹ ਇਲਜ਼ਾਮ ਹੈ। ਤਾਂ ਮਾਨ ਸਾਹਿਬ ਨੂੰ ਮੈਨੂੰ ਲੱਗਦਾ ਜੇ ਆਪਾਂ ਬਰੀਕੀ ਦੇ ਨਾਲ ਪੁੱਛੀਏ, ਕੋਸ਼ਿਸ਼ ਕਰਾਂਗੇ ਕਿ ਬੜੀ ਜਲਦੀ ਮਾਨ ਸਾਹਿਬ ਸਾਡੇ ਸਾਹਮਣੇ ਬੈਠੇ ਹੋਣ ਤੇ ਉਹਨਾਂ ਤੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਮਣੇ ਸਾਹਮਣੇ ਲੈ ਜਾਣ ਕਿ ਮਾਨ ਸਾਹਿਬ ਆਰਡਰ ਦੇ ਵਿੱਚ ਜਰਾ ਕਲੀਅਰ ਕਰੋਗੇ ਕਿ ਲਿਖਿਆ ਕੀ ਸੀ। ਇਸ ਕਰਕੇ ਅਗਰ ਸਿਮਰਜੀਤ ਮਾਨ ਨੇ ਬਿਆਨ ਦੇ ਰਹੇ ਨੇ ਤਾਂ ਅੱਜ ਦੀ ਘੜੀ ਉਹ ਉਹਨਾਂ ਦਾ ਬਿਆਨ ਜਿਹੜਾ ਇਹ ਵੀ ਮੱਘਰ ਸਿੰਘ ਦੇ ਬਿਆਨ ਦੇ ਨਾਲ ਮੇਲ ਨਹੀਂ ਖਾ ਰਿਹਾ ਔਰ ਜਸਟੀਫਾਈ ਨਹੀਂ ਕਰਦਾ, ਕਿਉਂਕਿ ਮੱਘਰ ਸਿੰਘ ਨੇ ਸਾਫ਼ ਕਰਤਾ ਕਿ 8 ਨੇ ਆਤਮ ਸਮਰਪਣ ਕਰ ਦਿੱਤਾ ਸੀ, ਸਰੈਂਡਰ ਕਰ ਦਿੱਤਾ ਸੀ, ਗ੍ਰਿਫਤਾਰੀ ਤੋਂ ਬਾਅਦ ਗੋਲੀ ਮਾਰੀ ਗਈ ਤੇ ਕਿਸੇ ਆਰਡਰ ਦੇ ਵਿੱਚ ਇਹ ਥੋੜੀ ਲਿਖਿਆ ਸੀ ਕਿ ਤੁਸੀਂ ਅਗਰ ਸਰੈਂਡਰ ਵੀ ਕਰਦੇ ਹੋ ਤਾਂ ਗੋਲੀ ਮਾਰ ਦਿਓ ਜੀ। ਬਿਲਕੁਲ ਕਿਤੇ ਨਾ ਕਿਤੇ ਸਵਾਲ ਜਿਹੜਾ ਹੈਗਾ ਕਾਫੀ ਅਹਿਮ ਹੈਗਾ ਨਪਿੰਦਰ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬੇਸ਼ੱਕ ਸਿਮਰਨਜੀਤ ਸਿੰਘ ਮਾਨ ਅੱਜ ਦੀ ਤਰੀਕ ਦੇ ਵਿੱਚ ਇਸ ਗੱਲ ਨੂੰ ਡਿਫੈਂਡ ਕਰਦੇ ਹੋਏ ਨਜ਼ਰ ਆ ਰਹੇ ਨੇ, ਡੀਐਮ ਦੇ ਆਰਡਰ ਦਾ ਹਵਾਲਾ ਦੇ ਰਹੇ ਨੇ, ਪਰ ਜਿਹੜੀ ਗੱਲ ਨਿਹੰਗ ਸਿੰਘ ਜਿਹੜੇ ਕਹਿ ਰਹੇ ਨੇ ਜਿਹੜੇ ਉਸ ਵੇਲੇ ਮੌਜੂਦ ਸੀਗੇ ਜਿਨ੍ਹਾਂ ਨੇ ਸਰੈਂਡਰ ਕੀਤਾ ਔਰ ਸਰੈਂਡਰ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਗੋਲੀ ਮਾਰੀ ਗਈ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈਗਾ। ਨਪਿੰਦਰ, ਇੱਕ ਹੋਰ ਸਵਾਲ ਹੈਗਾ ਜਿਹੜਾ ਇਸੇ ਪੂਰੇ ਘਟਨਾਕ੍ਰਮ ਦੇ ਨਾਲ ਜੁੜਦਾ ਹੈ। ਇੱਕ ਬਿਆਨ ਜਿਹੜਾ ਹੈਗਾ ਉਸ ਸ਼ਖਸ ਦਾ ਹੈਗਾ ਜਿਹੜਾ ਉਸ ਵੇਲੇ ਪੁਲਿਸ ਅਧਿਕਾਰੀ ਦੀ ਕੈਪੈਸਿਟੀ ਵਿੱਚ ਸੀਗਾ, ਪੁਲਿਸ ਅਧਿਕਾਰੀ ਦੀ ਭੂਮਿਕਾ ਦੇ ਵਿੱਚ ਸੀਗਾ, ਔਰ ਇੱਕ ਬਿਆਨ ਉਸ ਸ਼ਖਸ ਦਾ ਹੈਗਾ ਜਿਹੜਾ ਇਸ ਗੋਲੀ ਕਾਂਡ ਦਾ ਪੀੜਤ ਰਿਹਾ ਹੈ, ਜਿਸ ਨੂੰ ਕਿਹਾ ਜਾਵੇ ਇਸ ਗੋਲੀ ਕਾਂਡ ਦਾ, ਜਿਸ ਦਾ ਸਿੱਧਾ ਉਹ ਗਵਾਹ ਵੀ ਰਿਹਾ, ਮੌਕੇ ਤੇ ਵੀ ਸੀਗਾ, ਬੇਸ਼ੱਕ ਅੱਖਾਂ ਤੇ ਪੱਟੀ ਬਣ ਗਈ, ਉਸ ਤੋਂ ਬਾਅਦ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਉਹ ਇਸ ਮੌਕੇ ਦਾ ਚਸ਼ਮਦੀਦ ਵੀ ਉਸ ਨੂੰ ਕਿਹਾ ਜਾ ਸਕਦਾ ਹੈ। ਸੋ ਦੋਵਾਂ ਦਾ ਬਿਆਨ ਜਦੋਂ ਸਾਹਮਣੇ ਆਉਂਦਾ ਹੈ, ਇਸ ਵੇਲੇ ਜਿਹੜਾ ਸਵਾਲ ਖੜਾ ਹੈ, ਫਿਰ ਇਸ ਮਾਮਲੇ ਦੀ ਜਾਂਚ ਹੁਣ ਕਿਸ ਪੱਧਰ ਤੇ ਹੋਣੀ ਚਾਹੀਦੀ ਹੈ? ਸਿਆਸੀ ਧਿਰਾਂ ਮੰਗ ਤਾਂ ਕਰ ਰਹੀਆਂ ਨੇ ਕਿ ਜਾਂਚ ਹੋਵੇ, ਖੁੱਲੇ ਸਾਰੀ ਫਾਈਲਾਂ ਖੁੱਲਣ, ਕਿਉਂਕਿ ਦੋ ਧਿਰਾਂ ਜਿਹੜੀਆਂ ਨੇ, ਇੱਕ ਵਿੱਚ ਇੱਕ ਉਹ ਸ਼ਖਸ ਹੈ ਜਿਹੜਾ ਅਧਿਕਾਰੀ ਰਿਹਾ ਉਸ ਵੇਲੇ ਪੁਲਿਸ ਅਧਿਕਾਰੀ, ਦੂਜੇ ਪਾਸੇ ਉਹ ਸ਼ਖਸ ਹੈ ਜਿਹੜਾ ਇਸ ਪੂਰੇ ਗੋਲੀकांड ਦਾ ਪੀੜਤ ਹੈ। ਰੁਪਿੰਦਰ ਦੇਖੋ, ਬਿਲਕੁਲ ਹੁਣ ਜਾਂਚ ਦੇਖੋ ਸਰਕਾਰ ਤੈਅ ਕਰੇਗੀ ਕਿ ਕਿਸ ਪੱਧਰ ਦੀ ਜਾਂਚ ਹੈ ਜਿਹੜੀ ਹੋਣੀ ਚਾਹੀਦੀ ਹੈ ਔਰ ਕਿਸ ਪੱਧਰ ਦੀ ਜਾਂਚ ਹੈ ਜਿਹੜੀ ਸੱਚ ਸਾਹਮਣੇ ਲਿਆ ਸਕਦੀ ਹੈ। ਜਿਸ ਤਰ੍ਹਾਂ ਅਸੀਂ ਕਈ ਜਿਹੜਾ ਵੱਖੋ ਪਾਰਟੀਆਂ ਦੇ ਨਾਲ ਗੱਲਬਾਤ ਕਰ ਰਹੇ ਸੀ, ਵੱਖੋ ਪਾਰਟੀਆਂ ਜੋ ਬਿਆਨ ਸਾਹਮਣੇ ਆ ਰਹੇ ਸੀ, ਤੋਂ ਕਹਿ ਰਹੇ ਸੀ ਕਿ ਅਸੀਂ 1984 ਦੰਗਿਆਂ ਦਾ ਇਨਸਾਫ ਮੰਗਦੇ ਹਾਂ, ਤੇ ਫਿਰ ਇਹ ਉਹ 84 ਦੀ ਗੱਲ ਹੈ, 79 ਦੀ ਗੱਲ ਹੈ, ਤੇ ਕੋਈ ਬਹੁਤਾ ਪੁਰਾਣਾ ਮਾਮਲਾ ਤਾਂ ਹੈ ਨਹੀਂ। ਜਿਹੜੇ ਪੀੜਤ ਪਰਿਵਾਰ ਨੇ ਉਹ ਜਿੰਦਾ ਨੇ, ਖੁਦ ਜਿਹੜਾ ਪੀੜਤ ਸ਼ਖਸ ਹੈ ਇਸ ਮਾਮਲੇ ਦੇ ਵਿੱਚ ਇਨਵੋਲਵ ਉਹ ਜਿਉਂਦਾ, ਤਾਂ ਫਿਰ ਮਾਮਲੇ ਦੀ ਜਾਂਚ ਹੋ ਸਕਦੀ ਆ। ਬੇਸ਼ੱਕ ਫਾਈਲਾਂ ਦੇ ਵਿੱਚ ਤੋੜ ਮੋੜ ਹੋ ਗਿਆ ਹੋਵੇ, ਬੇਸ਼ੱਕ ਉਹਨਾਂ ਬੋਡੀਜ਼ ਦਾ ਪੋਸਟਮਾਰਟਮ ਨਾ ਹੋ ਸਕਿਆ ਹੋਵੇ, ਪਰ ਜਦੋਂ ਕਹਿੰਦੇ ਨੇ ਕਿ ਉਹ ਰੱਬ ਦੀ ਕਚਹਿਰੀ ਜਿਹੜੀ ਆ ਉਹ ਸਭ ਤੋਂ ਉੱਪਰ ਹੈ ਜੀ, ਔਰ ਜਵਾਬ ਜਦੋਂ ਕਿਸੇ ਵੀ ਚੀਜ਼ ਦਾ ਜਦੋਂ ਤੱਥ ਸਾਹਮਣੇ ਆਉਂਦੇ ਨੇ, ਸ਼ਾਇਦ ਉਹਨਾਂ ਨੇ ਭਗਤ ਸਿੰਘ ਹੋਰਾਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਸੀ ਤੇ ਇਹ ਪਰਤਾਂ ਖਿਲਰਨੀਆਂ ਸੀ, ਤੇ ਸ਼ਾਇਦ ਇਸੇ ਬਹਾਨੇ ਹੁਣ ਸੱਚ ਸਾਹਮਣੇ ਆ ਜਾਵੇ। ਕਿਉਂਕਿ ਇੱਕ ਪਾਸੇ ਖੁਦ ਨੂੰ ਤੁਸੀਂ ਪਾਕ ਸਾਫ, ਖੁਦ ਨੂੰ ਪੰਥਕ ਕਹਿਣਾ, ਤੇ ਦੂਜੇ ਪਾਸੇ ਜਦੋਂ ਤੁਸੀਂ ਖੁਦ ਦੂਜੀ ਭੂਮਿਕਾ ਦੇ ਵਿੱਚ ਹੁੰਦੇ ਹੋ, ਉਸ ਵੇਲੇ ਦੇ ਲੱਗੇ ਹੋਏ ਇਲਜ਼ਾਮਾਂ ਨੂੰ ਟੋਟਲੀ ਨਕਾਰ ਦੇਣਾ। ਔਰ ਜਿਹੜੀ ਦੂਜੀ ਗੱਲ ਇੱਕ ਹੋਰ ਹੁਣੇ ਆਪਾਂ ਕਰ ਰਹੇ ਸੀ ਜੀ, ਮੱਘਰ ਸਿੰਘ ਦੇ ਕਿਤੇ ਨਾ ਕਿਤੇ ਜਿਹੜੇ ਇਲਜ਼ਾਮ ਨੇ ਉਹਨੂੰ ਤਾਂ ਸਿਮਰਜੀਤ ਸਿੰਘ ਮਾਨ ਨੇ ਮੈਨੂੰ ਲੱਗਦਾ ਹੈ ਕਿ ਨਕਾਰਿਆ ਹੀ ਨਹੀਂ। ਉਹਨਾਂ ਨੇ ਤਾਂ ਇਹ ਕਿਹਾ ਕਿ ਸਾਨੂੰ ਗੋਲੀ ਦੇ ਆਰਡਰ ਡੀਐਮ ਨੇ ਦਿੱਤੇ ਸੀ, ਤੇ ਡੀਐਮ ਨੇ ਆਰਡਰ ਦਿੱਤੇ ਸੀ ਤਾਂ ਫਿਰ ਮੱਘਰ ਸਿੰਘ ਦਾ ਬਿਆਨ ਤਾਂ ਫਿਰ ਵੀ ਸਟੈਂਡ ਕਰਦਾ ਹੈ ਨਾ।
ਤੁਸੀਂ ਜਾਂ ਤਾਂ ਇਹ ਕਹੋ ਕਿ ਉਹ ਅਸੀਂ ਗੋਲੀ ਜਿਹੜੀ ਹੈ ਆਫਟਰ ਅਰੈਸਟ ਨਹੀਂ ਮਾਰੀ, ਜਾਂ ਤਾਂ ਤੁਹਾਨੂੰ ਇਹ ਫੈਕਟ ਸਾਹਮਣੇ ਦੇਣੇ ਪੈਣਗੇ, ਤੁਹਾਨੂੰ ਸਾਬਤ ਕਰਨਾ ਪਏਗਾ। ਔਰ ਦੂਜੇ ਪਾਸੇ ਉਹ ਤਾਂ ਬੰਦਾ ਜਿਉਂਦਾ ਜਾਗਦਾ ਕਹਿ ਰਿਹਾ ਕਿ ਅਸੀਂ 8 ਜਣਿਆਂ ਨੇ ਆਤਮ ਸਮਰਪਣ ਕੀਤਾ ਸੀ। ਬਿਲਕੁਲ ਇਸ ਕਰਕੇ ਹੋਰ ਵੀ ਗੁੰਝਲਦਾਰ ਜਿਹੜਾ ਮਾਮਲਾ ਹੁੰਦਾ ਜਾ ਰਿਹਾ ਜੀ। बहुत बहुत शुक्रिया नपिंदर इस तमाम जानकारी के लिए। नपिंदर बराड़ मेरे सहयोगी जानकारी दे रहे सन किस तरीके मामला जिहड़ा है, क्योंकि नपिंदर ने सारी रिपोर्ट नूं जिहड़ा है कवर किया, उन्होंने परिवारों नूं मिले ने, जिहड़े पीड़ित सीगे परिवार उन्होंने परिवारक मैंबरां नूं मिले ने, उस निहंग नूं मिले जिहड़ा मौके ते मौजूद सीगा, जिन्हां ने सरैंडर किया सीगा, उन्हां चों एक निहंग नूं मिलदे ने, ऑन रिकॉर्ड उस नूं लैके आंदे ने। और नपिंदर ने जिहड़ा काम किया उस तो बाद इस एक्सक्लूसिव रिपोर्ट तो बाद जिहड़ा है सियासी हलकिਆਂ ਦੇ ਵਿੱਚ ਜਿਹੜਾ ਹੈਗਾ लगातार चर्चा हो रही है कि सरायनागा एनकाउंटर की जांच होनी चाहिए। ਇਸ ਟਾਈਮ ਤੱਕ ਕੁਝ ਕਹਿਣਾ ਵੀ ਔਖਾ ਹੈ। ਇਹਦੀ ਨਿਰਪੱਖ ਇਨਕੁਆਇਰੀ ਹੋਣੀ ਚਾਹੀਦੀ ਹੈ, ਔਰ ਇਨਕੁਆਇਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਕੀ ਹੈ, ਕਿਉਂਕਿ ਹੁਣ ਉਹਨੇ ਆਪ ਕਿਹਾ ਜਿੰਨਾ ਚਿਰ ਇਨਕੁਆਇਰੀ ਨਾ ਹੋਵੇ ਉਹਨਾਂ ਚਿਰ ਕਿਸੇ ਦੀ ਕਿਵੇਂ ਕਹਿ ਸਕਦੇ। ਬਹੁਤ ਹੀ ਮਾੜੀ ਗੱਲ ਆ ਇਨਸਾਨ ਦਾ ਮਾਰਨਾ। ਮੈਂ ਤਾਂ ਕਹਿੰਦਾ ਵੀ ਪਸ਼ੂ ਪੰਛੀ ਵੀ ਨਹੀਂ ਮਾਰਨਾ ਚਾਹੀਦਾ। ਜੇ ਕੋਈ ਦਰਿੰਦਾ ਅਫਸਰ ਅੱਜ ਵੀ ਹੈ, ਜੇ ਕੋਈ ਪਹਿਲਾਂ ਵੀ ਆ, ਤਾਂ ਉਹਦੇ ਅੰਦਰਲੇ ਹਾਵ ਭਾਵ, ਉਹਦੀ ਅੰਦਰਲੀ ਸੋਚ ਇਹ ਗੱਲ ਤੋਂ ਬਹੁਤ ਪ੍ਰਗਟ ਹੁੰਦੀ ਹੈ। ਜੇ ਕੋਈ ਵੈਸੀ ਬੰਦਾ ਆਪਣੇ ਆਪ ਨੂੰ ਗਲਤ ਤਰੀਕੇ ਨਾਲ ਲੋਕਾਂ 'ਚ ਪੇਸ਼ ਕਰਦਾ, ਸੱਚ ਕਦੇ ਨਾ ਕਦੇ ਸਾਹਮਣੇ ਆ ਜਾਂਦਾ। ਇਸ ਕਰਕੇ ਇਹ ਜਿਹੇ ਇਨਸਾਨ ਦੇ ਤੌਰ 'ਤੇ ਇਹ ਜਿਹੇ ਇੱਕ ਸਿੱਖ ਦੇ ਬਾਣੇ ਦੇ ਵਿੱਚ ਹੋਣ ਦੇ ਕਾਰਨ ਮੈਨੂੰ ਲੱਗਿਆ ਵੀ ਚਾਹੇ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਹੋਵੇ, ਇਨਸਾਨ ਦੀ ਜਾਨ ਲੈਣ ਦਾ ਹੱਕ